ਤੇ ਨਾਲ ਮੇਰਾ ਇਹ ਵੀ ਚੈਲੰਜ ਹੈ ਵੀ ਬਨੀ ਨੂੰ ਯਾਦਵਿੰਦਰ ਕੰਗ ਨੂੰ ਹੁਣ ਉਤਾਰਿਓ ਜ਼ਰੂਰ। ਹੁਣ ਇਹ ਨਾ ਕਿਹੋ ਵੀ ਮੇਰੇ ਤੇ ਕੋਈ ਪ੍ਰੈਸ਼ਰ ਪਾ ਗਿਆ, ਮੈਨੂੰ ਪਾਰਟੀ ਨੇ ਮਨਾ ਲਿਆ। ਮਨਾਉਣਾ ਤੁਹਾਨੂੰ ਕਿਸੇ ਨੇ ਨਹੀਂ, ਆਪਦਾ ਜਾ ਕੇ ਜ਼ੋਰ ਲਾ ਲਿਓ ਤੇ ਤੁਹਾਨੂੰ ਆਪਦੀ ਅਸਲੀਅਤ ਪਤਾ ਲੱਗ ਜੂਗੀ ਵੀ ਕੀ ਕੁਛ ਤੁਸੀਂ ਇੰਨੇ ਸਾਲਾਂ 'ਚ ਕਮਾਇਆ। ਤੁਹਾਨੂੰ ਫੇਰ ਕਹਿ ਰਿਹਾ ਕਿਸੇ ਗੱਲ ਦੀ ਕਸਰ ਨਾ ਰਹਿ ਜਾਵੇ। ਕੰਗ ਸਾਹਿਬ ਤੁਹਾਨੂੰ ਬਰਾਬਰ ਹੋ ਕੇ ਟੱਕਰਾਂਗੇ, ਤੁਹਾਨੂੰ ਇੱਥੇ ਵੀ ਨਿਯੁਕਤਾ ਪਾਇਆ ਤੇ ਉੱਥੇ ਵੀ ਤੁਹਾਡੀ ਭਾਜੀ ਮੋੜ ਕੇ ਆਵਾਂਗੇ। ਨਾਨਾ ਜੀ ਸਵਰਗੀ ਸਰਦਾਰ ਬਚਿੱਤਰ ਸਿੰਘ ਜੀ ਪਟਿਆਲਾ, ਜਿਨ੍ਹਾਂ ਦਾ ਨਾਮ ਪਿਛਲੇ ਦਿਨੀ ਤੁਸੀਂ ਸਾਬਕਾ ਐਮਐਲਏ ਜਗਮੋਹਨ ਸਿੰਘ ਕੰਗ ਦੇ ਮੂੰਹੋਂ ਬਹੁਤ ਸੁਣਿਆ। ਠੀਕ ਹੈ, ਜਦੋਂ ਬੰਦਾ 47 ਸਾਲ ਤੋਂ ਤੁਸੀਂ ਇੱਕ ਪਾਰਟੀ ਦੀ ਸੇਵਾ ਕਰ ਰਹੇ ਹੋ, ਉਹਨੇ ਤੁਹਾਨੂੰ ਰਾਜ ਭੋਗਣ ਦਾ ਮੌਕਾ ਦਿੱਤਾ, ਤੁਸੀਂ ਆਪਦੀਆਂ ਮਨਮਰਜ਼ੀਆਂ ਕੀਤੀਆਂ। ਕੀ 47 ਸਾਲ 'ਚ ਤੁਹਾਡਾ ਢਿੱਡ 2012 'ਚ ਉਦੋਂ ਯਾਦ ਨਹੀਂ ਆਈ ਜਦੋਂ ਮੇਰੇ ਮਾਮਾ ਜੀ ਸਵਰਗੀ ਸਰਦਾਰ ਰਾਜਵੀਰ ਸਿੰਘ ਪਟਿਆਲਾ ਉਹ ਆਪਦੇ ਹੱਕਾਂ ਖਾਤਰ ਲੜਾਈ ਲੜ ਰਹੇ ਸੀ ਤੇ ਉਦੋਂ ਤੁਸੀਂ ਕਹਿੰਦੇ ਸੀ ਵੀ ਰਾਜਵੀਰ ਦੀ ਇੱਥੇ ਕੋਈ ਵੋਟ ਨਹੀਂ। ਕੋਈ ਵੀ ਪਾਰਟੀ, ਕੋਈ ਵੀ, ਮੈਂ ਤਾਂ ਇੱਕ ਗੱਲ ਜਾਣਦਾ ਹੈ, ਜਿਸ ਤਨ ਲਾਗੇ ਸੋ ਤਨ ਜਾਣੇ। ਇੰਨੇ ਸਾਲ ਪਾਵਰ ਦਾ ਆਨੰਦ ਮਾਣਨ ਤੋਂ ਬਾਅਦ ਹੁਣ ਜਦੋਂ ਇੱਕ ਵਾਰ ਟਿਕਟ ਕੱਟੀ ਗਈ, ਇੱਕ ਵਾਰ ਵੀ ਵਫਾਦਾਰੀ ਨਹੀਂ ਦਿਖਾਈ ਗਈ ਕੰਗ ਸਾਹਿਬ ਤੋਂ ਪਾਰਟੀ ਪ੍ਰਤੀ, ਇੱਕ ਟਰਮ ਤਾਂ ਚੁੱਪ ਕਰਕੇ ਰਹਿ ਜਾਂਦੇ। ਉਸ ਵੇਲੇ ਵੀ ਇਹੀ ਜਗਮੋਹਨ ਸਿੰਘ ਕੰਗ ਸੀ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਕੀਤਾ। ਮੈਂ ਹੁਣ ਕੀ ਵੇਰਵਾ ਦੱਸਾਂ, ਇੱਥੋਂ ਤੱਕ ਵੀ ਗਏ ਵੀ ਸਨ 2017 'ਚ ਜਦੋਂ ਕਾਂਗਰਸ ਦੀ ਸਰਕਾਰ ਆਈ, ਮੇਰਾ ਛੋਟਾ ਬ੍ਰਦਰ ਜੋ ਅੱਜ ਇਸ ਸੰਸਾਰ ਤੇ ਨਹੀਂ ਰਿਹਾ, ਉਹਨੂੰ ਇੱਕ ਫਾਲਸ ਕੇਸ ਦੇ ਵਿੱਚ ਨਾਮ ਦਵਾ ਕੇ ਪੀਓ ਬਣਾ ਕੇ, ਪ੍ਰੋਕਲੇਮਡ ਅਫੈਂਡਰ ਬਣਾ ਕੇ ਉਹਨਾਂ ਨੇ ਅਰੈਸਟ ਅਸੀਂ ਅਕਾਲੀ ਦਲ ਛੱਡਿਆ ਕਿ ਅੱਜ ਤੱਕ ਅਸੀਂ ਕਿਹਾ ਵੀ ਉਹਦੇ 'ਚ ਭ੍ਰਸ਼ਟਾਚਾਰ ਹੈ, ਇਹ ਫਲਾਨਾ ਧਮਕਾਨਾ? ਅਸੀਂ ਤਾਂ ਨਹੀਂ ਕਿਹਾ ਅੱਜ ਤੱਕ। ਜੇ ਕਿਹਾ ਤਾਂ ਕਹਿ ਦਿਓ। ਅਸੀਂ ਇਹ ਜ਼ਰੂਰ ਕਿਹਾ ਵੀ ਸਾਡੀ ਵਫਾਦਾਰੀ ਦਾ ਮੁੱਲ ਮੈਂ ਇਸੇ ਲਈ ਪਾਰਟੀਕੂਲਰਲੀ ਕਰ ਰਿਹਾ ਕਾਨਫਰੰਸ ਵੀ ਜਿੰਨੀ ਦੇਰ ਤੁਸੀਂ ਪਾਵਰ ਦਾ ਆਨੰਦ ਮਾਣਿਆ, ਤੁਸੀਂ ਹਲਕਾ ਇੰਚਾਰਜ ਲੱਗ ਜਾਓ ਤਾਂ ਤੁਸੀਂ ਗੁੱਡ ਹੋ, ਤੁਹਾਨੂੰ ਸਾਰਾ ਕੁਝ ਠੀਕ ਹੈ, ਤੁਹਾਨੂੰ ਟਿਕਟ ਮਿਲ ਜਾਵੇ ਤੁਸੀਂ ਠੀਕ ਹੋ। ਜੇ ਤੁਹਾਨੂੰ ਟਿਕਟ ਨਹੀਂ ਮਿਲਦੀ, ਤੁਹਾਨੂੰ ਪਾਰਟੀ ਦੀਆਂ ਵੀ ਕਮੀਆਂ ਦਿਖਣ ਲੱਗ ਜਾਂਦੀਆਂ, ਤੁਹਾਨੂੰ ਜਿਹਨੇ ਤੁਹਾਡੀ ਟਿਕਟ ਕਟਾਤੀ ਉਹਦੀ ਵੀ ਕਮੀ ਦਿਖਣ ਲੱਗ ਜਾਂਦੀ ਹੈ। ਤੇ ਉਦੋਂ ਕੰਗ ਸਾਹਿਬ ਕਿੱਥੇ ਸੀ ਜਦੋਂ ਪਾਵਰ ਦਾ ਆਨੰਦ ਮਾਣ ਰਹੇ ਸੀ? ਉਦੋਂ ਖੜੇ ਹੋ ਕੇ ਕਹਿੰਦੇ ਨਾ ਵੀ ਮੈਂ ਇਸ ਪਾਰਟੀ ਦਾ ਬਾਈਕਾਟ ਕਰੂੰਗਾ, ਇਹ ਏਦਾਂ ਆਹ ਕੁਛ ਕਰ। ਹੁਣ ਜਦੋਂ ਆਪਾਂ ਕੰਗ ਸਾਹਿਬ ਦੇ ਨਾਲ ਪੇਚ ਫਸਾ ਹੀ ਲਿਆ ਤੇ ਉਹਨਾਂ ਨੇ ਉੱਥੇ ਜਾ ਕੇ ਜ਼ੋਰ ਲਾਉਣਾ, ਅਸੀਂ ਵੀ ਉੱਥੇ ਲਾ ਲਾਂਗੇ ਤੇ ਪਤਾ ਲੱਗ ਜੂਗਾ ਵੀ ਕੰਗ ਸਾਹਿਬ ਦੀ ਉੱਤੇ ਹੁੰਦੀ ਹੈ ਜਾਂ ਕੀ। ਬਾਈ ਜੀ ਨਹੀਂ ਨਾਟ ਐਟ ਆਲ। ਤੁਸੀਂ ਇੱਕ ਸੈਕਿੰਡ ਜੀ ਮੇਰੀ ਗੱਲ ਸੁਣੋ। ਤੁਸੀਂ ਇਸ ਗੱਲ ਨੂੰ ਨਾ, ਆਪਾਂ ਹਰ ਗੱਲ ਨੂੰ ਪੋਲੀਟੀਕਲੀ ਨਾ ਲਿਜਾਈਏ। ਇੱਕ ਬੰਦਾ ਇੱਕ ਟਾਈਮ ਤੇ ਇੱਕੋ ਥਾਂ ਤੇ ਮਿਹਨਤ ਕਰ ਸਕਦਾ, ਨਹੀਂ ਤਾਂ ਹਰ ਬੰਦਾ ਦੋ ਹਲਕੇ ਤੇ ਉਦਾਂ ਸਾਹਮਣੇ ਦਾ ਆਪਾਂ ਕੋਈ ਸ਼ਕਤੀਮਾਨ ਤਾਂ ਗੁਜਰਾਤ, ਤਾਮਿਲਨਾਡੂ, ਚੇਨਈ ਤੱਕ ਜਿਹੜੇ ਮਰਜ਼ੀ ਸ਼ਹਿਰ 'ਚ ਜਾ ਕੇ ਖੜ ਜਾ, ਉੱਥੇ ਦੇ ਮੋਹਤਵਾਰ ਬੰਦੇ ਨਾਲ ਖੜੇ ਹੋਣਗੇ। ਇੰਨੀ ਪਰਮਾਤਮਾ ਨੇ ਬਖਸ਼ਿਸ਼। ਜਾਣਾ ਨਹੀਂ ਚਾਹੁੰਦਾ ਨਦੀਆਂ ਦੇ ਵਿੱਚ ਰੇਤਿਆਂ ਦਾ ਇਹਨਾਂ ਨੇ ਪੰਗਾ ਲਏ ਨਹੀਂ, ਇਹਨਾਂ ਨੇ ਕੀਤੇ ਨਹੀਂ, ਇਹਨਾਂ ਨੇ ਮਾੜੇ ਕੰਮ ਕੀਤੇ ਨਹੀਂ। ਸਾਰਾ ਹਲਕਾ ਜਾਣਦਾ, ਸਾਰਾ ਕੁਝ ਹਾਈ ਕਮਾਂਡ
ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਮੈਂ ਲੋਕਲ ਜਿੰਨੇ ਵੀ ਆਪਣੇ ਵਿਊਅਰਸ ਨੇ ਉਹ ਤਾਂ ਲਗਭਗ ਜਾਣਦੇ ਹੁੰਦੇ ਨੇ, ਬਟ ਸਾਰੇ ਪੰਜਾਬ 'ਚ ਤੁਹਾਡੀਆਂ ਇਹ ਵੀਡੀਓਜ਼ ਜਾਣੀਆਂ ਨੇ, ਉਹਦੇ ਲਈ ਮੈਂ ਥੋੜ੍ਹਾ ਜਿਹਾ ਪਿੱਛੇ ਤੋਂ ਸ਼ੁਰੂ ਕਰੂੰਗਾ। ਮੇਰੇ ਨਾਨਾ ਜੀ ਸਵਰਗੀ ਸਰਦਾਰ ਬਚਿੱਤਰ ਸਿੰਘ ਜੀ ਪਟਿਆਲਾ, ਜਿਨ੍ਹਾਂ ਦਾ ਨਾਮ ਪਿਛਲੇ ਦਿਨੀ ਤੁਸੀਂ ਸਾਬਕਾ MLA ਜਗਮੋਹਨ ਸਿੰਘ ਕੰਗ ਦੇ ਮੂੰਹੋਂ ਬਹੁਤ ਸੁਣਿਆ ਹੋਣਾ ਵੀ ਜੱਜ ਸਿੱਖ ਚਿਹਰੇ ਨੇ ਹਮੇਸ਼ਾ ਖਰੜ ਹਲਕੇ ਦੀ ਨੁਮਾਇੰਦਗੀ ਕੀਤੀ ਹੈ। ਉਹ 2 ਵਾਰ ਇੱਥੋਂ MLA ਰਹੇ। ਫਿਰ ਮੇਰੇ ਨਾਨੀ ਜੀ ਬੀਬੀ ਦਲਜੀਤ ਕੌਰ ਜੀ MLA ਰਹੇ, ਜਿਨ੍ਹਾਂ ਨੇ ਕਿ ਅੱਜ ਤੱਕ ਬੀਇੰਗ ਅ ਲੇਡੀ ਸਭ ਤੋਂ ਵੱਧ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ, ਅੱਜ ਤੱਕ ਦਾ ਔਨ ਰਿਕਾਰਡ। ਤੇ ਜਿਹੜਾ ਅੱਜ ਦਾ ਆਪਣਾ ਵਿਸ਼ਾ ਉਹ ਇਹ ਹੈ ਜੀ, ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਰਿਸਪੈਕਟਡ ਨੇ, ਸਾਡੇ ਤੋਂ ਵੱਡੇ ਨੇ ਕੰਗ ਸਾਹਿਬ, ਜੋ ਉਹਨਾਂ ਨੇ ਤੁਹਮਤਾਂ ਲਾਈਆਂ ਨੇ, ਦੂਸ਼ਣਬਾਜ਼ੀ ਕੀਤੀ ਹੈ, ਉਹਦੇ ਵਿਸ਼ੇ 'ਚ ਮੈਂ ਤੁਹਾਡੇ ਸਾਰਿਆਂ ਦੇ ਨਾਲ ਕੁਝ ਗੱਲਾਂ ਰੂਬਰੂ ਕਰਨਾ ਚਾਹੁੰਦਾ। ਗੱਲ ਇਹ ਹੈ ਵੀ ਜੇ ਕੋਈ ਵੀ ਕਿਸੇ ਬੰਦੇ ਤੇ ਐਲੀਗੇਸ਼ਨ ਹੋਵੇ ਜਾਂ ਤਕਲੀਫ ਹੋਵੇ, ਮੈਂ ਸਮਝਦਾ ਵੀ ਉਹ ਬੰਦੇ ਨੂੰ ਉਦੋਂ ਕਹਿਣਾ ਚਾਹੀਦਾ ਜਿਸ ਰਾਈਟ ਟਾਈਮ ਤੇ ਲੋਕ ਉਸ ਗੱਲ ਤੇ ਧਿਆਨ ਦੇਣ। ਅੱਜ ਜਦੋਂ ਟਿਕਟ ਕੱਟੀ ਗਈ, ਠੀਕ ਹੈ, ਖਰੜ ਹਲਕੇ ਦੇ ਕਈ ਸਤਾਏ ਹੋਏ ਜਿਹੜੇ ਲੋਕ ਸੀ, ਜਿਹੜੇ ਉਹਨਾਂ ਦੇ ਜੁਰਮਾਂ ਦੇ, ਸਰਦਾਰ ਜਗਮੋਹਨ ਸਿੰਘ ਕੰਗ ਦੇ ਜੁਰਮਾਂ ਦੀ ਮੈਂ ਗੱਲ ਕਰ ਰਿਹਾ, ਉਹਦਾ ਜੋ ਸ਼ਿਕਾਰ ਸੀ, ਉਹਨਾਂ ਨੇ ਇੰਨੀ ਖੁਸ਼ੀ ਮਨਾਈ ਕਿ ਅੱਜ ਇਹ ਪੁਰਾਣਾ ਕਹਾਣਾ ਵੀ ਬਰੋਟਾ ਪੱਟਤਾ। ਜਿਸ ਬੰਦੇ ਨੇ, ਜੇ ਪਾਰਟੀ ਹਾਈ ਕਮਾਂਡ ਕੋਲ ਸਾਰੀਆਂ ਰਿਪੋਰਟਾਂ ਉੱਤੇ ਗਈਆਂ, ਜੋ ਐਕਚੁਅਲ ਫੀਡਬੈਕ ਸੀ, ਠੀਕ ਹੈ, ਦੇਖਣ ਨੂੰ ਆਪਾਂ ਸਾਰਿਆਂ ਨੂੰ ਲੱਗਦਾ ਹੁੰਦਾ ਵੀ ਇੰਨੇ MC ਸਾਹਿਬਾਨ, ਇੰਨੇ ਸਰਪੰਚ ਸਾਹਿਬ ਨਾਲ ਨੇ ਤੇ ਆਹ ਸਾਰੀ ਟੀਮ ਹੈ, ਪਰ ਅੰਦਰੋਂ ਜੋ ਲੋਕਾਂ ਦੀ ਫੀਲਿੰਗਸ ਸੀਗੀਆਂ ਉਹ ਸਾਰੀਆਂ ਸਰਵੇਜ਼ ਦੇ ਵਿੱਚ ਉੱਤੇ ਪਹੁੰਚੀਆਂ ਤੇ ਹਾਈ ਕਮਾਂਡ ਨੇ ਬਿਲਕੁਲ ਸਹੀ ਫੈਸਲਾ ਕੀਤਾ ਹੈ। ਠੀਕ ਹੈ, ਜਦੋਂ ਬੰਦਾ 47 ਸਾਲ ਤੋਂ ਤੁਸੀਂ ਇੱਕ ਪਾਰਟੀ ਦੀ ਸੇਵਾ ਕਰ ਰਹੇ ਹੋ, ਉਹਨੇ ਤੁਹਾਨੂੰ ਰਾਜ ਭੋਗਣ ਦਾ ਮੌਕਾ ਦਿੱਤਾ, ਤੁਸੀਂ ਆਪਦੀਆਂ ਮਨਮਰਜ਼ੀਆਂ ਕੀਤੀਆਂ, ਕੀ 47 ਸਾਲ 'ਚ ਤੁਹਾਡਾ ਢਿੱਡ ਨਹੀਂ ਭਰਿਆ? ਕੀ ਤੁਹਾਨੂੰ ਉਦਣ 2012 'ਚ ਉਦੋਂ ਯਾਦ ਨਹੀਂ ਆਈ ਜਦੋਂ ਮੇਰੇ ਮਾਮਾ ਜੀ ਸਵਰਗੀ ਸਰਦਾਰ ਰਾਜਵੀਰ ਸਿੰਘ ਪਟਿਆਲਾ ਉਹ ਆਪਦੇ ਹੱਕਾਂ ਖਾਤਰ ਲੜਾਈ ਲੜ ਰਹੇ ਸੀ ਤੇ ਉਦੋਂ ਤੁਸੀਂ ਕਹਿੰਦੇ ਸੀ ਵੀ ਰਾਜਵੀਰ ਦੀ ਇੱਥੇ ਕੋਈ ਵੋਟ ਨਹੀਂ, ਇੱਥੇ ਉਹਦਾ ਕੋਈ ਆਧਾਰ ਨਹੀਂ ਇਸ ਹਲਕੇ 'ਚ, ਤੇ ਉਸੇ ਰਾਜਵੀਰ ਪਟਿਆਲਾ ਨੇ ਤੁਹਾਡੇ 2 ਟਰਮਾਂ ਤੁਹਾਡੇ ਪੈਰ ਨਹੀਂ ਲੱਗਣ ਦਿੱਤੇ। ਤੁਹਾਨੂੰ ਹੁਣ ਪਤਾ ਲੱਗਦਾ ਵੀ ਕੀ ਵੋਟ ਬੈਂਕ ਹੈ ਤੇ ਕੀ ਆਧਾਰ ਹੈ ਤੇ ਕੀ ਨਹੀਂ ਹੈ। ਜਿਹੋ ਜਿਹਾ ਬੰਦਾ ਕਰਮ ਕਰੂਗਾ, ਉਹੀ ਉਹਦੇ ਸਾਹਮਣੇ ਉਹਦਾ ਫਲ ਬਣ ਕੇ ਆਉਣਗੇ। ਪ੍ਰਤਾਪ ਜੀ, ਇੱਕ ਗੱਲ ਆਪਨੇ ਸਪਸ਼ਟ ਕੀਤੀ ਕਿ ਜਿਹੜੇ ਐਲੀਗੇਸ਼ਨ ਲਗਾਏ ਨੇ ਜਾਂ ਜਿਨ੍ਹਾਂ ਦੇ ਖਿਲਾਫ ਹੁੰਦੇ ਨੇ, ਉਹ ਕਿਹਦੀ ਗੱਲ ਕਰ ਰਹੇ ਹੋ ਆਪ? ਜਿਹੜੇ ਕੈਂਡੀਡੇਟ ਨੇ ਕਾਂਗਰਸ ਦੇ, ਟਿੰਕੂ ਜੀ ਜਾਂ ਚੰਨੀ ਜੀ ਜਾਂ ਕਿਸੇ ਹੋਰ? ਮੈਂ ਸਾਡੇ ਬਹੁਤ ਹੀ ਮਾਣਯੋਗ ਤੇ ਸਤਿਕਾਰਯੋਗ CM ਚਰਨਜੀਤ ਸਿੰਘ ਚੰਨੀ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਕਿਉਂਕਿ ਕਿਸੇ ਤੇ ਐਲੀਗੇਸ਼ਨ ਲਾਉਣਾ ਬਹੁਤ ਸੌਖਾ ਹੁੰਦਾ ਔਰ ਇਹ ਵੀ ਗੱਲ ਸੱਚਾਈ ਆ, ਆਪਾਂ ਸਾਰੇ ਜਾਣਦੇ ਹਾਂ। ਅੱਜ ਦੀ ਡੇਟ 'ਚ ਭਰਾ ਦੇ ਕਹਿਣੇ 'ਚ ਨਹੀਂ, ਫਾਦਰ ਦੇ ਕਹਿਣੇ 'ਚ ਪੁੱਤ ਨਹੀਂ ਹੁੰਦਾ। ਕਈ ਵਾਰ ਜੇ ਕਿਸੇ ਥਰਡ ਬੰਦੇ ਕੋਲ, ਹੁਣ ਮੰਨ ਲਓ ਮੇਰਾ ਹੀ ਕੋਈ ਫੈਮਿਲੀ ਮੈਂਬਰ ਹੋਵੇ, ਉਹਦੇ ਕੋਲ ਕੋਈ ਰਿਕਵਰੀ ਹੋ ਜਾਵੇ, ਇਟ ਡਜ਼ ਨਾਟ ਮੀਨਸ ਵੀ ਉਹ ਬੰਦੇ ਦੀ ਇਨਵੋਲਵਮੈਂਟ ਹੈ ਜਾਂ ਉਹਨੇ ਤੁਹਾਨੂੰ, ਤੁਸੀਂ ਆਪਦੇ ਤੇ ਸਾਰੇ ਲਾਗੂ ਕਰਕੇ ਦੇਖੋ ਕਿ ਆਪਣੇ ਘਰਾਂ ਦੇ ਵਿੱਚ 100% ਗੱਲਾਂ ਆਪਣੇ ਬੱਚੇ ਮੰਨਦੇ ਨੇ। ਉੱਥੇ ਤਾਂ ਗੱਲ ਇਹ ਹੈ ਨਾ ਕਿ ਜਿਹੜੀ ED ਦੀ ਰੇਟ ਪਈ ਹੈ, ਹਾਂਜੀ, ਜਿਹੜੇ ਕਿ ਚੰਨੀ ਦੇ, ਜਿਹੜੇ ਕਿ CM ਸਾਹਿਬ ਦੇ ਭਾਣਜਾ ਨੇ, ਉਹਨਾਂ ਨੂੰ ਗਨਮੈਨ ਵੀ ਮਿਲੇ ਹੋਏ ਸੀਗੇ। MLA ਸਪੀਕਰ ਇਸ਼ੂ ਕਿਹਨੇ ਕਰਾਇਆ? ਬਿਲਕੁਲ ਚਰਨਜੀਤ ਸਿੰਘ ਚੰਨੀ ਨੇ। ਬਿਲਕੁਲ। ਤੇ ਫਿਰ ਇਨਵੋਲਵਮੈਂਟ ਕਿਵੇਂ ਨਹੀਂ? ਮੈਂ ਤੁਹਾਨੂੰ ਦੱਸਦਾ ਜੀ ਕਿਵੇਂ ਨਹੀਂ ਹੈ। ਦੇਖੋ, ਫੈਮਿਲੀ ਦੀ ਸੇਫਟੀ ਹਰ ਬੰਦੇ ਦੇ ਦੇਖਣੀ ਹੈ। ਕੱਲ ਨੂੰ ਅਸੀਂ ਬਹੁਤ ਵਾਰ ਦੇਖਿਆ, ਮੇਰੇ ਨਾਨਾ ਜੀ ਦਾ ਮਰਡਰ ਹੋਇਆ, ਕਿਉਂ ਹੋਇਆ? ਉਹ ਇਸ ਕਰਕੇ ਹੋਇਆ ਕਿਉਂਕਿ ਉਦੋਂ ਸਾਰਿਆਂ ਨੂੰ ਪਤਾ ਸੀ ਵੀ ਹੀ ਇਜ਼ ਗੋਇੰਗ ਟੂ ਬੀ ਨੈਕਸਟ ਐਜੂਕੇਸ਼ਨ ਮਿਨਿਸਟਰ ਪੰਜਾਬ ਹੋਣਾ ਸੀ ਉਹਨਾਂ ਨੇ। ਤੇ ਅੱਜ ਸਾਡੇ ਪਰਿਵਾਰ ਦਾ ਕੈਡਰ ਕੁਝ ਹੋਰ ਹੁੰਦਾ, ਠੀਕ ਹੈ ਜੀ। ਤਾਂ ਹਰ ਬੰਦੇ ਦਾ ਇਹ ਅਧਿਕਾਰ ਹੈ, ਉਹਦਾ ਰਾਈਟ ਹੈ ਆਪਦੀ ਫੈਮਿਲੀ, ਆਪਦੇ ਫੈਮਿਲੀ ਮੈਂਬਰਸ ਨੂੰ ਸੁਰੱਖਿਆ। ਜੇ ਕੋਈ ਬਾਕੀ ਹਲੇ ਤੱਕ ਇਹ ਨਹੀਂ, ਆਈ ਐਮ ਨਾਟ ਵੈਰੀ ਸ਼ੋਰ ਕਿ ਉਹਦੇ ਬਾਏ ਨੇਮ ਅਲਾਟ ਹੋਏ ਸੀ ਗਨਮੈਨ, ਜਾਂ ਕਈ ਵਾਰ ਲੋਕ ਵੀਡੀਓ ਕਲਿੱਪਸ ਬਣਾ ਕੇ ਪਾ ਦਿੰਦੇ ਨੇ, ਕੋਈ ਕਾਫਲਾ ਜਾ ਰਿਹਾ ਕਿ ਤੂੰ ਗੱਡੀ ਨਿਕਲ ਰਹੀ ਹੈ ਜਾਂ ਕੋਈ ਆਫੀਸਰ ਮਿਲਣ ਆਇਆ ਹੁੰਦਾ। ਹੁਣ ਸਾਡੇ ਰਿਲੇਸ਼ਨ ਨੇ, ਬਹੁਤ ਅਫਸਰ ਆਉਂਦੇ ਨੇ, ਸਰਕਾਰੇ ਦੁਆਰੇ ਵੀ ਲੋਕ ਮਿਲਦੇ ਨੇ, ਪਰ ਉਹਨੂੰ ਤੁਸੀਂ ਕਈ ਵਾਰ ਅੱਖਾਂ ਦੇਖੀ ਗੱਲ ਵੀ ਸੱਚ ਨਹੀਂ ਹੁੰਦੀ, ਉਹਦੇ ਪਿੱਛੇ ਕਹਾਣੀ ਕੁਝ ਹੋਰ ਹੁੰਦੀ ਹੈ। ਤੇ ED ਨੂੰ ਅੱਜ ਹੀ ਯਾਦ ਆਇਆ 3 ਸਾਲ ਬਾਅਦ ਜਾ ਕੇ, ਜਦੋਂ ਦੇ ਉਹ ਬਣੇ ਨੇ ਕੋਡ, ਜਦੋਂ ਕੰਡਕਟ ਆਫ ਕੋਡ ਲੱਗ ਗਿਆ, ਜਦੋਂ ਚੋਣ ਜਾਬਤਾ ਲੱਗ ਗਿਆ, ED ਨੂੰ ਉਦੋਂ ਹੀ ਰੇਡ ਮਾਰਨੀ ਯਾਦ ਆਈ। ਵਾਈ ਨਾਟ ਬਿਫੋਰ? ਕੁਛ ਤੁਸੀਂ ਆਪ ਸਾਰੇ ਸਿਆਣੇ ਹੋ, ਇਹ ਅੱਜ ਕੱਲ ਟ੍ਰੈਂਡ ਚੱਲ ਗਿਆ। BJP ਹਰ ਥਾਂ ਤੇ ED ਦਾ ਇਸਤੇਮਾਲ ਕਰਦੀ ਹੈ। UP 'ਚ ਨਹੀਂ ਕੀਤਾ, ਸੁਖਪਾਲ ਖਹਿਰੇ ਦੇ ਖਿਲਾਫ ਨਹੀਂ ਕੀਤਾ, ਕਿੱਥੇ ਨਹੀਂ ਕਰਦੇ।
ਗੁਰਪ੍ਰਤਾਪ ਜੀ, ਤੁਸੀਂ ਗੁਰਜੋਤ ਸਿੰਘ ਕੰਗ ਦੀ ਗੱਲ ਕੀਤੀ ਹੈ, ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ 'ਚ ਜਾ ਕੇ ਉਹਨਾਂ ਦਾ ਵਿਰੋਧ ਕਰ ਰਹੇ ਹੈ। ਸਰ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ, ਵੈਸੇ ਤਾਂ ਮੈਨੂੰ ਮੇਰੇ ਘਰੋਂ ਜੋ ਸੰਸਕਾਰ ਮਿਲੇ ਨੇ, ਜੋ ਮਰਿਆਦਾ 'ਚ ਮੈਂ ਰਹਿ ਕੇ ਗੱਲ ਕਰਨੀ ਚਾਹੁੰਦਾ, ਪਰ 2-3 ਦਿਨਾਂ ਦੀ ਬੜੀ ਅੰਦਰ ਮਨ ਭਰਿਆ ਸੀ। ਕੰਗ ਸਾਹਿਬ ਨੇ ਤਾਂ ਇਹ ਕਿਹਾ ਮੈਂ 21 ਦੇ 31 ਮੋੜਨੇ ਨੇ। ਪਹਿਲੀ ਗੱਲ, ਕੰਗ ਸਾਹਿਬ ਨੂੰ 31 ਦੇ 51 ਪਹਿਲਾਂ ਹੀ ਖਰੜ ਦੇ ਹਲਕੇ ਦੇ ਲੋਕਾਂ ਨੇ ਪਾਤੇ ਨੇ, 31 ਦੇ 51 ਕਰਕੇ ਮੋੜੇ ਨੇ। ਜਿਹੜੀ ਉਹਨਾਂ ਨੇ ਇੰਨੇ ਸਾਲ ਆਪਦੀਆਂ ਮਨਮਰਜ਼ੀਆਂ ਚਲਾਈਆਂ, ਉਰੇ ਆਪਦਾ ਇੱਕ ਜਗੀਰ ਸਮਝ ਕੇ ਲੋਕਾਂ ਦੇ ਨਾਲ ਜਿਹੜੇ ਉਹਨਾਂ ਤੇ ਐਲੀਗੇਸ਼ਨਸ ਲੱਗੇ, ਇੱਕ ਵੀ ਕੋਈ ਗਲਤ ਨਹੀਂ ਹੈ ਉਹਨਾਂ ਦੀ ਬੋਲਬਾਣੀ, ਜੋ ਵੀ ਉਹਨਾਂ ਦਾ ਵੇ ਆਫ ਟਾਕਿੰਗ, ਬੰਦਿਆਂ ਦੇ ਨਾਲ ਬਿਹੇਵੀਅਰ ਹੈ, ਉਹ ਆਪ ਸਾਰਿਆਂ ਨੂੰ ਉਸ ਵੀਡੀਓਜ਼ ਦੇ ਵਿੱਚ ਵੀ ਰਿਫਲੈਕਟ ਹੋ ਰਿਹਾ ਵੀ ਕਿੱਦਾਂ ਕੁੱਤਾ ਕਹਿਣਾ ਕਿਸੇ ਨੂੰ ਜਾਂ ਕੋਈ ਮਾੜੀ ਸ਼ਬਦਾਵਲੀ ਵਰਤਣੀ। ਤੇ ਜਦੋਂ ਇੱਕ ਬੰਦਾ ਇੱਕ ਸੀਐਮ ਲੈਵਲ ਦੇ ਬੰਦੇ ਨੂੰ ਇੰਨਾ ਬੁਰੀ ਤਰੀਕੇ ਨਾਲ ਬੋਲ ਸਕਦਾ ਹੈ, ਤਾਂ ਉਹ ਆਮ ਬੰਦਿਆਂ ਨਾਲ ਕਿੱਦਾਂ ਵਿਹਾਰ ਕਰਦਾ ਹੋਊਗਾ, ਤੁਸੀਂ ਸਾਰੇ ਸੋਚ ਸਕਦੇ ਹੋ। ਪਰ ਇਹ ਗੱਲ ਪੱਕੀ ਹੈ ਵੀ ਕੰਗ ਸਾਹਿਬ, ਕੱਲ ਤੋਂ ਅਸੀਂ ਵੀ ਮਰਿੰਡੇ ਡੇਰੇ ਲਾਉਣੇ ਨੇ ਚਮਕੌਰ ਸਾਹਿਬ ਹਲਕੇ ਦੇ ਵਿੱਚ, ਘੜੂਆਂ ਕਨਗੋਈ ਦੇ 32 ਪਿੰਡਾਂ ਦੇ ਵਿੱਚ ਪਹਿਰਾ ਦੇਵਾਂਗੇ, ਤੇ ਤੁਹਾਨੂੰ 31 ਦੇ 51 ਇੱਥੇ ਤਾਂ ਪਾ ਹੀ ਦਿੱਤੇ ਖਰੜ ਹਲਕੇ 'ਚ, ਤੁਹਾਨੂੰ ਚਮਕੌਰ ਤੋਂ ਵੀ ਪਾ ਕੇ ਤੋਰਾਂਗੇ। ਸਰ, ਜੇਕਰ ਉਹਨਾਂ ਵੱਲੋਂ ਫੇਰ ਪ੍ਰੈਸ ਕਾਨਫਰੰਸ ਉੱਤੇ ਕੀਤੀ ਜਾਂਦੀ ਹੈ ਤਾਂ ਫਿਰ ਤੁਸੀਂ ਗੁਰਪ੍ਰਤਾਪ ਪੜਿਆਲਾ ਫਿਰ ਕੀ ਕਰੇਗਾ? ਹਰ ਥਾਂ ਤੇ ਡਟ ਕੇ ਵਿਰੋਧ ਕਰਾਂਗੇ ਜਿੰਨਾ, ਕਿਉਂਕਿ ਕੋਈ ਵੀ ਪਾਰਟੀ, ਕੋਈ ਵੀ, ਮੈਂ ਤਾਂ ਇੱਕ ਗੱਲ ਜਾਣਦਾ ਹੈ, ਜਿਸ ਤਨ ਲਾਗੇ ਸੋ ਤਨ ਜਾਣੇ। ਇੰਨੇ ਸਾਲ ਪਾਵਰ ਦਾ ਆਨੰਦ ਮਾਣਨ ਤੋਂ ਬਾਅਦ ਹੁਣ ਜਦੋਂ ਇੱਕ ਵਾਰ ਟਿਕਟ ਕੱਟੀ ਗਈ, ਇੱਕ ਵਾਰ ਵੀ ਵਫਾਦਾਰੀ ਨਹੀਂ ਦਿਖਾਈ ਗਈ ਕੰਗ ਸਾਹਿਬ ਤੋਂ ਪਾਰਟੀ ਪ੍ਰਤੀ, ਇੱਕ ਟਰਮ ਤਾਂ ਚੁੱਪ ਕਰਕੇ ਬਹਿ ਜਾਂਦੇ। ਤੇ ਨਾਲ ਮੇਰਾ ਇਹ ਵੀ ਚੈਲੰਜ ਹੈ ਵੀ ਬਣੀ ਨੂੰ, ਯਾਦਵਿੰਦਰ ਕੰਗ ਨੂੰ ਹੁਣ ਉਤਾਰਿਓ ਜ਼ਰੂਰ। ਹੁਣ ਇਹ ਨਾ ਕਿਹੋ ਵੀ ਮੇਰੇ ਤੇ ਕੋਈ ਪ੍ਰੈਸ਼ਰ ਪਾ ਗਿਆ, ਮੈਨੂੰ ਪਾਰਟੀ ਨੇ ਮਨਾ ਲਿਆ। ਮਨਾਉਣਾ ਤੁਹਾਨੂੰ ਕਿਸੇ ਨੇ ਨਹੀਂ, ਆਪਦਾ ਜਾ ਕੇ ਜ਼ੋਰ ਲਾ ਲਿਓ ਤੇ ਤੁਹਾਨੂੰ ਆਪਦੀ ਅਸਲੀਅਤ ਪਤਾ ਲੱਗ ਜੂਗੀ ਵੀ ਕੀ ਕੁਛ ਤੁਸੀਂ ਇੰਨੇ ਸਾਲਾਂ 'ਚ ਕਮਾਇਆ, ਕੀ ਤੁਹਾਡੇ ਪੱਲੇ ਹੈ। ਜ਼ੋਰ ਲਾ ਲਿਓ। ਮੈਂ ਤੁਹਾਨੂੰ ਫੇਰ ਕਹਿ ਰਿਹਾ, ਕਿਸੇ ਗੱਲ ਦੀ ਕਸਰ ਨਾ ਰਹਿ ਜਾਵੇ। ਕੰਗ ਸਾਹਿਬ, ਤੁਹਾਨੂੰ ਬਰਾਬਰ ਹੋ ਕੇ ਟੱਕਰਾਂਗੇ। ਤੁਹਾਨੂੰ ਇੱਥੇ ਵੀ ਨਿਯੁਕਤਾ ਪਾਇਆ ਤੇ ਉੱਥੇ ਵੀ ਤੁਹਾਡੀ ਭਾਜੀ ਮੋੜ ਕੇ ਆਵਾਂਗੇ, ਬੇਫਿਕਰ ਰਹੋ। ਸਰ, ਜੋ ਗੁਰਪ੍ਰਤਾਪ ਜੀ, ਜੋ ਕੰਗ ਸਾਹਿਬ ਨੇ ਕਿਹਾ ਆਪਣੇ ਬੇਟੇ ਨੂੰ ਆਜ਼ਾਦ ਐਲਾਨ ਦੀ, ਤੁਹਾਨੂੰ ਕੀ ਲੱਗਦਾ ਸਿਰਫ ਦਬਾਅ ਬਣਾਇਆ ਜਾ ਰਿਹਾ ਜਾਂ ਫਿਰ ਉਹ ਸੱਚਮੁੱਚ ਲੜਾਉਣਾ ਚਾਹੁੰਦੇ ਆ? ਸਿੰਪਲ ਪੋਲੀਟੀਕਲ ਸਟੰਟ ਹੈ ਜੀ। ਮੈਂ ਤੁਹਾਨੂੰ ਦੱਸਾਂ, ਪਹਿਲੇ ਦਿਨ ਜਿੱਦਣ ਇਹਨਾਂ ਨੇ ਮੀਟਿੰਗ ਬੁਲਾਈ, ਉਦਣ ਮੰਨ ਲਓ 50 ਬੰਦੇ ਸੀ, ਅੱਗੇ ਮੀਟਿੰਗ 'ਚ ਚਲੋ ਹੋਰ ਬੰਦੇ ਵੀ ਆ ਜਾਂਦੇ ਨੇ, ਤੇ ਉਸੇ ਟਾਈਮ ਤੋਂ ਬਾਅਦ ਜਿਹੜੀ ਨੈਕਸਟ ਕਾਨਫਰੰਸ ਹੋਈ ਉਹਦੇ 'ਚ ਬੰਦੇ ਹੋਰ ਘਟ ਗਏ, ਕੱਲ ਵਾਲੀ 'ਚ ਹੋਰ ਘਟ ਗਏ। ਬਾਈ ਜੀ, ਇਹ ਤਾਂ ਤੁਹਾਨੂੰ ਇੱਕ ਦੂਜੇ ਲਈ ਮਰਨਾ ਤੇ ਖੜਨਾ ਪੈਂਦਾ, ਫਿਰ ਲੋਕ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ, ਜਿਹਦਾ ਸਬੂਤ ਅੱਜ ਸਾਨੂੰ ਪਾਵਰ ਤੋਂ ਬਾਹਰ ਹੋਇਆਂ ਨੂੰ, ਮੇਰੇ ਨਾਨੀ ਜੀ 2002 'ਚ ਲਾਸਟ ਐਮਐਲਏ ਰਹੇ, ਅੱਜ 22 ਆ ਗਿਆ, 20 ਸਾਲ ਹੋ ਗਿਆ, ਪਰ ਅੱਜ ਵੀ ਸਾਡਾ ਧੜਾ ਜੋ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਦੱਸਣ ਦੀ ਕੋਈ ਲੋੜ ਹੈ ਵੀ ਕਿੱਥੇ ਸਟੈਂਡ ਕਰਦਾ ਕਿੱਥੇ ਨਹੀਂ। ਉਹ ਸਾਰਾ ਪਿਆਰ ਦੇ ਮੂੰਹ ਨੂੰ ਹੈ, ਇੱਕ ਦੂਜੇ ਨਾਲ ਜੇ ਆਪਾਂ ਖੜਦੇ ਆ, ਦੁੱਖ ਸੁੱਖ ਦੇ ਭਾਈਵਾਲ ਹੈ ਤਾਂ ਹੈ। ਪਾਵਰ ਵਾਲੇ ਦੇ ਨਾਲ ਬਹੁਤਾ ਸਮਾਂ ਲੋਕ ਨਹੀਂ ਰਹਿੰਦੇ। ਮੈਂ ਤੁਹਾਨੂੰ ਦੱਸਦਾ ਜੀ, ਦੇਖੋ, ਮੈਂ ਪਹਿਲੀ ਗੱਲ, ਜਿਹੜਾ ਮੇਰੇ ਤੇ ਜੇ ਗੱਲ ਕਰੀ, ਮੇਰੇ ਮਾਮਾ ਜੀ ਨੇ ਕਾਂਗਰਸ ਜੁਆਇਨ ਕੀਤੀ ਤੇ ਉਸ ਵੇਲੇ ਵੀ ਇਹੀ ਜਗਮੋਹਨ ਸਿੰਘ ਕੰਗ ਸੀ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਕੀਤਾ। ਮੈਂ ਹੁਣ ਕੀ ਵੇਰਵਾ ਦੱਸਾਂ, ਇੱਥੋਂ ਤੱਕ ਵੀ ਗਏ ਵੀ ਸਨ 2017 'ਚ ਜਦੋਂ ਕਾਂਗਰਸ ਦੀ ਸਰਕਾਰ ਆਈ, ਮੇਰਾ ਛੋਟਾ ਬ੍ਰਦਰ ਜੋ ਅੱਜ ਇਸ ਸੰਸਾਰ ਤੇ ਨਹੀਂ ਰਿਹਾ, ਉਹਨੂੰ ਇੱਕ ਫਾਲਸ ਕੇਸ ਦੇ ਵਿੱਚ ਨਾਮ ਦਵਾ ਕੇ ਪੀਓ ਬਣਾ ਕੇ, ਪ੍ਰੋਕਲੇਮਡ ਅਫੈਂਡਰ ਬਣਾ ਕੇ ਉਹਨਾਂ ਨੇ ਅਰੈਸਟ ਪਵਾਈ। ਠੀਕ ਹੈ, ਪਰ ਜਿੱਦਾਂ ਕਹਿੰਦੇ ਆ ਵੀ ਸੱਚ ਤੇ ਪ੍ਰਮਾਤਮਾ ਸਾਥ ਦਿੰਦਾ ਹੈ। 1 ਮਹੀਨੇ ਦੇ ਵਿੱਚ ਅਸੀਂ ਆਪਦੇ ਉਸ ਛੋਟੇ ਵੀਰ ਨੂੰ ਜੇਲ੍ਹ ਚੋਂ ਬਾਹਰ ਲੈ ਕੇ ਆਏ। ਇਹਨਾਂ ਨੇ ਜ਼ੋਰ ਲਾ ਲਿਆ, ਕੁਝ ਨਹੀਂ ਕਰ ਸਕੇ। ਪ੍ਰੈਸ਼ਰ ਪੈਂਦਾ, ਸਾਰਾ ਕੁਝ ਹੁੰਦਾ, ਬਟ ਮੈਂ ਜਦੋਂ ਤੋਂ ਇਸ ਹਲਕੇ ਦੀ ਸੇਵਾ ਸਾਂਭੀ, ਉਦੋਂ ਮਾਮਾ ਜੀ ਕੈਂਸਰ ਦੀ ਲਾਸਟ ਸਟੇਜ ਤੇ ਸੀ ਤੇ ਲਗਭਗ ਉਹ ਸਾਨੂੰ ਜਦੋਂ ਛੱਡ ਕੇ ਗਏ ਤਾਂ ਉਦੋਂ ਉਸ ਟਾਈਮ ਤੇ ਅਸੀਂ ਪਾਰਟਿਕੂਲਰਲੀ ਅਕਾਲੀ ਦਲ ਦੇ ਵਿੱਚ ਸੀ ਤੇ ਅਕਾਲੀ ਦਲ ਨੇ 40 ਸਾਲ ਦੀ ਸਾਡੀ ਮਿਹਨਤ ਦਾ ਜਾਂ ਵਫਾਦਾਰੀ ਦਾ ਕੀ ਮੁੱਲ ਪਾਇਆ ਉਹ ਸਾਰਿਆਂ ਨੂੰ ਪਤਾ ਹੈ। ਅਸੀਂ ਸਦਾ ਟੌੜਾ ਸਾਹਿਬ ਦੇ ਸਮਰਥਕ ਰਹੇ ਹਾਂ। ਉਸ ਗੱਲ ਦਾ ਸਾਨੂੰ ਟੌੜਾ ਸਾਹਿਬ ਦੇ ਜਾਣ ਤੋਂ ਬਾਅਦ ਹਰਜਾਨਾ ਹਮੇਸ਼ਾ ਭਰਨਾ ਪਿਆ। ਸੱਚ ਤੇ ਪਹਿਰਾ ਦਿੱਤਾ, ਕੋਈ ਪੈਸਾ ਨਹੀਂ ਕਮਾਇਆ। 3 ਵਾਰ ਮੋਹਾਲੀ ਵੀ ਖਰੜ ਹਲਕੇ ਦਾ ਉਦੋਂ ਹਿੱਸਾ ਸੀ ਜਦੋਂ ਸਾਡੇ ਕੋਲ ਐਮਐਲਏਸ਼ਿਪ ਰਹੀ। ਅਸੀਂ ਮਿਨਿਸਟਰੀਆਂ ਠਕਰਾਈਆਂ 2 ਵਾਰ, ਪਰ ਕਦੇ ਆਪਦਾ ਜ਼ਮੀਰ ਨਹੀਂ ਵੇਚਿਆ। ਤੇ ਅੱਜ ਦੀ ਡੇਟ 'ਚ ਬਿਲਕੁਲ ਕਾਂਗਰਸ ਦੇ ਵਿੱਚ ਆ। ਪਿਛਲੇ ਦਿਨੀ ਚੰਨੀ ਸਾਹਿਬ ਆਏ ਸੀ, ਇੱਥੇ ਆ ਕੇ ਜੁਆਇਨਿੰਗ ਵੀ ਕਰਾ ਕੇ ਗਏ ਨੇ, ਸਾਰਾ ਕੁਝ। ਔਰ ਸਾਨੂੰ ਇਸ ਗੱਲ ਦਾ ਮਾਣ ਹੈ
ਇੱਕ ਹਲਕੇ ਦੇ ਲਈ ਇਹੀ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਤੁਹਾਡੇ ਸੀਐਮ ਤੁਹਾਡੇ ਸਿਟੀ ਦੇ ਵਿੱਚੋਂ ਹੋਵੇ, ਤੁਹਾਡੇ ਸ਼ਹਿਰ ਦੇ ਵਿੱਚੋਂ ਹੋਵੇ, ਉਹਨਾਂ ਦਾ ਹੋਮ ਟਾਊਨ ਹੈ। ਸਾਡੇ ਲੋਕਾਂ ਨੂੰ ਵੀ ਇਸ ਗੱਲ ਦਾ ਫਾਇਦਾ ਤੇ ਲਾਭ ਲੈਣਾ ਚਾਹੀਦਾ। ਖਰੜ ਹਮੇਸ਼ਾ ਇਸ ਗੱਲੋਂ ਸੰਤਾਪ ਭੋਗਦਾ ਆਇਆ ਕਿ ਐਮਐਲਏ ਕਿਸੇ ਹੋਰ ਪਾਰਟੀ ਦਾ ਬਣ ਜਾਂਦਾ, ਸਰਕਾਰ ਕਿਸੇ ਹੋਰ ਪਾਰਟੀ ਦੀ ਬਣ ਜਾਂਦੀ ਹੈ। ਜੇ ਐਡੇ ਵੱਡੇ ਕੱਦ ਦਾ ਲੀਡਰ ਅੱਜ ਇਸ ਹਲਕੇ 'ਚ ਆਇਆ ਤਾਂ ਜ਼ਰੂਰ ਆਪਾਂ ਇਸ ਹਲਕੇ ਦੀ ਡਿਵੈਲਪਮੈਂਟ ਲਈ ਇਕੱਠੇ ਹੋ ਕੇ ਉਹਨਾਂ ਦੀਆਂ ਬਾਹਾਂ ਨੂੰ ਮਜ਼ਬੂਤ ਕਰੀਏ। ਸਾਰੀ ਕਾਉਂਸਲ ਦੇ ਵਿੱਚ 5 ਸਾਲ ਪਹਿਲਾਂ ਕਿੱਥੇ ਸੀ, ਦੋਸ਼ ਲਾਉਣ ਤੋਂ ਪਹਿਲਾਂ ਕਿੱਥੇ ਸੀ, ਜਦ ਤੁਹਾਨੂੰ ਲੱਗਿਆ ਕਿ ਜਿਹੜੇ ਤੁਸੀਂ ਕਹਿ ਰਹੇ ਬਿਲਕੁਲ ਦੇਖਣੇ ਆ ਮਨਮੋਹਨ ਸਿੰਘ ਕੰਗ ਦੇ ਵਿੱਚੋਂ ਤਾਂ ਲੋਕ ਦੁਖੀ ਸੀ, ਉਸ ਤੋਂ ਪਹਿਲਾਂ ਖੁਲਾਸੇ ਕਿਉਂ ਨਹੀਂ ਹੋਏ? ਕਿਵੇਂ ਕਿੱਥੇ ਨਹੀਂ ਹੋਏ ਜੀ? ਜਿਸ ਤਰ੍ਹਾਂ ਹੁਣ ਤੁਸੀਂ ਕਾਨਫਰੰਸ ਕਰਕੇ ਦੱਸ ਰਹੇ ਹੋ। ਮੈਂ ਤਾਂ ਕੰਗ ਸਾਹਿਬ ਮੇਰੇ ਤੇ ਤਾਂ ਜੀ ਉਹ ਕੁਝ ਵੀ ਕਰੀ ਜਾਂਦੇ, ਮੈਂ ਤਾਂ ਅੱਜ ਵੀ ਨਹੀਂ ਸੀ ਇਹ ਗੱਲ ਕਹਿਣੀ। ਇਹ ਤਾਂ ਸਿਰਫ ਤੁਸੀਂ ਪੁੱਛਿਆ ਨਾ ਵੀ ਕਿਉਂ ਹੋਤੇ, ਕੀ ਹੋਇਆ ਤੇ ਕੀ ਨਹੀਂ। ਮੈਂ ਤਾਂ ਕਾਨਫਰੰਸ ਮੈਂ ਆਪਦੇ ਲਈ ਨਹੀਂ ਕਰ ਰਿਹਾ, ਮੈਂ ਇਸ ਲਈ ਕਰ ਰਿਹਾ ਵੀ ਜਿਹੜਾ ਉਹਨਾਂ ਨੇ ਸੀਐਮ ਸਾਹਿਬ ਦੀ ਸ਼ਾਨ ਦੇ ਵਿੱਚ ਜੋ ਗੱਲਾਂ ਕੀਤੀਆਂ ਨੇ ਤੇ ਉਹ ਤਾਂ ਉਹਨਾਂ ਨੇ 3 ਦਿਨ ਪਹਿਲਾਂ ਕੀਤੀਆਂ ਨੇ, 4 ਸਾਲ ਪਹਿਲਾਂ ਨਹੀਂ ਕੀਤੀਆਂ। ਜੇ 4 ਸਾਲ ਪਹਿਲਾਂ ਕਰਦੇ ਤਾਂ 4 ਸਾਲ ਪਹਿਲਾਂ ਜਵਾਬ ਪਾ ਲੈਂਦੇ। ਜਦੋਂ ਉਹਨਾਂ ਨੇ ਗੱਲ ਕੀਤੀ ਉਦੋਂ ਬਾਅਦ ਚ ਆਪਾਂ ਉਹਨਾਂ ਦਾ 2 ਦਿਨ ਵਰਡਿਕਟ ਦੇਖ ਕੇ ਫਿਰ ਉਹਦਾ ਜਵਾਬ ਕਿਹਾ ਹੈ ਕਿ ਅਨੁਸ਼ਾਸਨ ਦੇ ਵਿੱਚ ਰਹਿਣਾ ਪੈਂਦਾ ਜਦੋਂ ਪਾਰਟੀ ਦੇ ਵਿੱਚ ਪਾਰਟੀ ਦੀਆਂ ਕਾਨੂੰਨੀ ਕਮੀਆਂ ਉਹਨਾਂ ਨੇ ਬਹੁਤ ਉਜਾਗਰ ਕਰੀਆਂ। ਉਹਨਾਂ ਨੇ ਇੱਥੇ ਤੱਕ ਵੀ ਕਿਹਾ ਕਈ ਮੰਤਰੀ ਅਤੇ ਜਿਹੜੇ ਮੁੱਖ ਮੰਤਰੀ ਤੱਕ ਭ੍ਰਸ਼ਟ ਨੇ। ਕਿਆ ਵਾਕਈ ਕਾਂਗਰਸ ਦੇ ਵਿੱਚ ਆਹ ਕੁਝ ਚੱਲ ਰਿਹਾ ਹੈ ਜੋ ਉਹਨਾਂ ਨੇ ਇਲਜ਼ਾਮ ਲਗਾਏ ਨੇ ਜੀ? 47 ਸਾਲ ਤੋਂ ਸੁੱਤੇ ਪਏ ਸੀ ਕੰਗ ਸਾਹਿਬ। ਉਹ ਕਹਿੰਦੇ 47 ਸਾਹਿਬ ਨੂੰ ਸਾਡੀਆਂ ਪਾਰਟੀ ਦੇ ਵਿੱਚ ਹੁੰਦੇ ਹੋਏ ਅਸੀਂ ਉਜਾਗਰ ਨਹੀਂ ਕਰ ਸਕੇ, ਪਰ ਹੁਣ ਜਿਹੜੇ ਉਹ ਖੁੱਲ ਕੇ ਸਾਰਾ ਕੁਝ ਦੱਸ ਰਹੇ ਨੇ ਵੀ ਆਹ ਕੁਝ ਕਾਂਗਰਸ ਪਾਰਟੀ ਦੇ ਵਿੱਚ ਹੋ ਰਿਹਾ ਹੈ। ਅਸੀਂ ਅਕਾਲੀ ਦਲ ਛੱਡਿਆ ਕਿ ਅੱਜ ਤੱਕ ਅਸੀਂ ਕਿਹਾ ਵੀ ਉਹਦੇ ਚ ਭ੍ਰਸ਼ਟਾਚਾਰ ਹੈ, ਇਹ ਫਲਾਨਾ ਧਮਕਾਨਾ? ਅਸੀਂ ਤਾਂ ਨਹੀਂ ਕਿਹਾ ਅੱਜ ਤੱਕ। ਜੇ ਕਿਹਾ ਤਾਂ ਕਹਿ ਦੋ। ਅਸੀਂ ਇਹ ਜ਼ਰੂਰ ਕਿਹਾ ਵੀ ਸਾਡੀ ਵਫਾਦਾਰੀ ਦਾ ਮੁੱਲ ਨਹੀਂ ਪਿਆ। ਮੈਂ ਇਸੇ ਲਈ ਪਾਰਟਿਕੂਲਰਲੀ ਕਰ ਰਿਹਾ ਕਾਨਫਰੰਸ ਵੀ ਜਿੰਨੀ ਦੇਰ ਤੁਸੀਂ ਪਾਵਰ ਦਾ ਆਨੰਦ ਮਾਣਿਆ, ਤੁਸੀਂ ਹਲਕਾ ਇੰਚਾਰਜ ਲੱਗ ਜਾਓ ਤਾਂ ਤੁਸੀਂ ਗੁੱਡ ਹੋ, ਤੁਹਾਨੂੰ ਸਾਰਾ ਕੁਝ ਠੀਕ ਹੈ, ਤੁਹਾਨੂੰ ਟਿਕਟ ਮਿਲ ਜਵੇ ਤੁਸੀਂ ਠੀਕ ਹੋ। ਜੇ ਤੁਹਾਨੂੰ ਟਿਕਟ ਨਹੀਂ ਮਿਲਦੀ, ਤੁਹਾਨੂੰ ਪਾਰਟੀ ਦੀਆਂ ਵੀ ਕਮੀਆਂ ਦਿਖਣ ਲੱਗ ਜਾਂਦੀਆਂ, ਤੁਹਾਨੂੰ ਜਿਹਨੇ ਤੁਹਾਡੀ ਟਿਕਟ ਕਟਾਤੀ ਉਹਦੀ ਵੀ ਕਮੀ ਦਿਖਣ ਲੱਗ ਜਾਂਦੀ ਹੈ। ਤੇ ਉਦੋਂ ਕੰਗ ਸਾਹਿਬ ਕਿੱਥੇ ਸੀ ਜਦੋਂ ਪਾਵਰ ਦਾ ਆਨੰਦ ਮਾਣ ਰਹੇ ਸੀ? ਉਦੋਂ ਖੜੇ ਹੋ ਕੇ ਕਹਿੰਦੇ ਨਾ ਵੀ ਮੈਂ ਇਸ ਪਾਰਟੀ ਦਾ ਬਾਈਕਾਟ ਕਰੂੰਗਾ, ਇਹ ਏਦਾਂ ਆਹ ਕੁਝ ਕਰਦੇ ਨੇ। ਅਗਰ ਪਾਰਟੀ ਦੇ ਵਿੱਚ ਵੀ ਤੁਹਾਡੀ ਪੁੱਛਗਿੱਛ ਨਹੀਂ ਹੋਈ, ਜਿਸ ਤਰ੍ਹਾਂ ਤੁਸੀਂ ਕਹਿੰਦੇ ਪੂਰਾ ਸਨਮਾਨ ਨਾ ਮਿਲਿਆ, ਕਿਆ ਤੁਸੀਂ ਇਸ ਨੂੰ ਵੀ ਛੱਡ ਦੋਗੇ? ਬਿਲਕੁਲ ਨਹੀਂ ਛੱਡਦੇ, ਬਿਲਕੁਲ ਨਹੀਂ ਛੱਡਦੇ। ਔਰ ਇਸ ਗੱਲ ਨੂੰ ਰਿਕਾਰਡ ਰੱਖਿਓ, ਜੋ ਮਰਜ਼ੀ ਹੋ ਜਵੇ ਘਰੇ ਬਹਿ ਜਾਾਂਗੇ ਪਰ ਪਾਰਟੀ ਨਹੀਂ ਬਦਲਾਂਗੇ। ਪ੍ਰਧਾਨ ਜੀ ਤੁਹਾਡਾ ਮਤਲਬ ਇਹ ਆਇਆ ਸੀਗਾ ਵੀ ਤੁਹਾਨੂੰ ਵੀ ਜਿਹੜੀ ਟਿਕਟ ਵਿਧਾਨ ਸਭਾ ਹਲਕਾ ਖਰੜ ਤੋਂ ਮਿਲ ਸਕਦੀ ਹੈ, ਤੁਹਾਨੂੰ ਟਿਕਟ ਮਿਲਣੀ, ਤੁਸੀਂ ਹਲਕਾ ਖਰੜ ਦੇ ਵਿੱਚ ਕਿਹੜੇ ਉਮੀਦਵਾਰ ਦੇ ਨਾਲ ਜੁੜੋਗੇ? ਬਾਈ ਜੀ ਮੇਰੀ ਤਾਂ ਡਿਊਟੀ, ਮੈਂ ਤਾਂ ਆਪਦੀ ਸੇਵਾ, ਜਿਹੜੇ ਸਾਡੇ ਹਲਕੇ ਦੇ ਪੁਰਾਣੇ 32 ਪਿੰਡ ਸੀ, ਮੈਂ ਤਾਂ ਉਹ ਪਿੰਡ ਮੰਗ ਕੇ ਸੀਐਮ ਸਾਹਿਬ ਤੋਂ ਕੱਲ ਨੂੰ ਜਾ ਕੇ ਬੇਨਤੀ ਕਰਕੇ ਲੈ ਲੈਣੇ ਨੇ। ਮੈਂ ਤਾਂ ਉੱਥੇ ਆਪਦੀਆਂ ਸੇਵਾਵਾਂ ਨਿਭਾਉਂਗਾ, ਠੀਕ ਹੈ। ਤੇ ਕਿਉਂਕਿ ਹੁਣ ਜਦੋਂ ਆਪਾਂ ਕੰਗ ਸਾਹਿਬ ਦੇ ਨਾਲ ਪੇਚ ਫਸਾ ਹੀ ਲਿਆ ਤੇ ਉਹਨਾਂ ਨੇ ਉੱਥੇ ਜਾ ਕੇ ਜ਼ੋਰ ਲਾਉਣਾ, ਅਸੀਂ ਵੀ ਉੱਥੇ ਲਾ ਲਾਂਗੇ ਤੇ ਪਤਾ ਲੱਗ ਜੂਗਾ ਵੀ ਕੰਗ ਸਾਹਿਬ ਦੀ ਉੱਤੇ ਹੁੰਦੀ ਹੈ ਜਾਂ ਕੀ ਪਰਮਾਤਮਾ ਦੀ। ਇੱਕ ਹਾਂਜੀ ਜਿਹੜੀ ਆਪਨੇ ਸਰ ਗੱਲ ਕਹੀ ਹੈ ਕਿ ਜਿਹੜੀ ਤੁਸੀਂ ਜਿਹੜਾ ਕਿ ਹਲਕਾ ਚਮਕੌਰ ਸਾਹਿਬ ਦੇ ਵਿੱਚ ਜਾ ਕੇ ਸੀਐਮ ਚੰਨੀ ਦੀ ਜਿਹੜੀ ਹੈ ਉਹ ਮਦਦ ਕਰੋਗੇ, ਕਿਤੇ ਇਸ ਦੇ ਪਿੱਛੇ ਤੁਹਾਡੀ ਵੀ ਹਲਕਾ ਖਰੜ ਦੇ ਪ੍ਰਤੀ ਨਾਰਾਜ਼ਗੀ ਤਾਂ ਨਹੀਂ ਹੈਗੀ? ਨਹੀਂ, not at all, ਕੋਈ ਨਾਰਾਜ਼ਗੀ ਨਹੀਂ ਜੀ। ਦੇਖੋ ਮੈਂ ਇਸ ਗੱਲ ਨੂੰ ਮੇਰਾ ਉਹ ਸੁਭਾਅ ਨਹੀਂ ਹੈਗਾ ਹੋਰ ਬੰਦਿਆਂ ਵਾਲਾ। ਮੈਂ ਨਾਰਾਜ਼ਗੀ ਮੇਰੀ ਤਾਂ ਹੁੰਦੀ ਜੇ ਮੈਨੂੰ ਆਪਦੇ ਆਪ 'ਚ ਵੀ ਲੱਗਦਾ ਵੀ ਮੈਂ ਐਤਕੀ ਉਹਨਾਂ ਵਰਕ ਨਹੀਂ ਕਰ ਪਾਇਆ, ਮੇਰੇ ਬ੍ਰਦਰ ਦੀ ਡੈਥ ਹੋ ਗਈ, ਕੋਵਿਡ ਆ ਗਿਆ। ਜੇ ਮੈਂ ਉਹ ਮਿਹਨਤ ਠੋਕ ਕੇ ਕੀਤੀ ਹੁੰਦੀ ਫੇਰ ਗੱਲਾਂ ਹੋਰ ਹੁੰਦੀਆਂ। ਮੈਂ ਆਪਦਾ ਸ਼ੀਸ਼ਾ ਸਵੇਰੇ ਉੱਠ ਕੇ ਆਪਦਾ ਚਿਹਰਾ ਦੇਖ ਕੇ ਨਿਕਲਦਾ, ਮੈਨੂੰ ਵੀ ਪਤਾ ਮੇਰੀ ਤਿਆਰੀ 'ਚ ਐਤਕੀ ਥੋੜੀ ਉਨੀ ਨਹੀਂ ਜਾਈ। ਕੀ ਪੜਿਆ ਮਦਦ ਕਰ ਸਕਦੇ ਹੋ, ਆਪਣੇ ਇਲਾਕੇ ਨਾਲ ਵੀ ਮਦਦ ਕਰ ਸਕਦੇ ਹੋ। ਤੁਸੀਂ ਕਹਿ ਰਹੇ ਹੋ ਵਰਕ ਪੂਰਾ ਨਹੀਂ ਕਰ ਸਕੇ, ਜਾਂ ਚਮਕੌਰ ਸਾਹਿਬ ਤੁਸੀਂ ਪੂਰਾ ਵਰਕ ਦਿੱਤਾ ਹੈ ਜੀ? ਬਾਈ ਜੀ ਵਰਕ ਦੀ ਗੱਲ ਨਹੀਂ, ਸਾਡੇ ਉੱਥੇ ਸੰਬੰਧ ਨੇ ਸਾਡੇ ਅੱਜ ਵੀ ਸਾਡੇ। ਹਾਂ ਬਿਲਕੁਲ ਕਿ ਅਸੀਂ ਬਿਲਕੁਲ ਕਿਹਾ ਜਾਵੇ ਰਾਜਵੀਰ ਪਟਿਆਲਾ ਦਾ ਇੱਕ ਬਹੁਤ ਵੱਡਾ ਨਾਮ ਸੀ, ਬਿਲਕੁਲ ਠੀਕ ਹੈ ਜੀ, ਤੁਹਾਡੇ ਮਾਮਾ ਜੀ ਦਾ ਨਾਮ ਹੈ, ਉਰੇ ਵੀ ਤੁਹਾਡੀ ਪੂਰੀ ਉਹ ਹੈ। ਕਿਆ ਤੁਸੀਂ ਟਿੰਕੂ ਜੀ ਤੋਂ ਨਾਰਾਜ਼ ਹੋ? ਜਿਸ ਨਹੀਂ not at all ਬਾਈ ਜੀ, ਨਹੀਂ not at all। ਤੁਸੀਂ ਇੱਕ ਸੈਕਿੰਡ ਜੀ ਮੇਰੀ ਗੱਲ ਸੁਣੋ। ਤੁਸੀਂ ਇਸ ਗੱਲ ਨੂੰ ਨਾ ਆਪਾਂ ਹਰ ਗੱਲ ਨੂੰ ਪੋਲੀਟੀਕਲੀ ਨਾ ਲਿਜਾਈਏ। ਇੱਕ ਬੰਦਾ ਫਿਰ ਇੱਕ ਟਾਈਮ ਤੇ ਇੱਕੋ ਥਾਂ ਤੇ ਮਿਹਨਤ ਕਰ ਸਕਦਾ, ਨਹੀਂ ਤਾਂ ਹਰ ਬੰਦਾ 2-2 ਹਲਕੇ ਤੇ ਉਦਾਂ ਸਾਹਮਣੇ ਦਾ ਆਪਾਂ ਕੋਈ ਸ਼ਕਤੀਮਾਨ ਤਾਂ ਹੈ ਨਹੀਂਗੇ। ਜਿੱਥੇ ਆਪਾਂ ਸੁਭਾਵਾਂ ਨਿਭਾ ਸਕਦੇ ਨੇ, ਕੱਲ ਨੂੰ ਅਸੀਂ ਰਿਜ਼ਲਟ ਪੋਜ਼ਿਟਿਵ ਕਰਕੇ ਦੇਣਾ। ਸਾਡਾ ਪ੍ਰੈਕਟੀਕਲ ਆਧਾਰ ਇਹ ਹੈ ਵੀ ਅੱਜ
ਨੋਬਡੀ ਮੇ ਸਾਡੇ ਪੁਰਾਣੇ ਪਿੰਡ ਨੇ, ਸਾਡੇ ਖਰੜ ਹਲਕੇ ਦੇ ਪਿੰਡ ਨੇ ਘੜੂਆ ਕਨਗੋਈ। ਜਦੋਂ ਪਿਛਲੀ 12 ਚ ਇਹ ਹਲਕਾ ਨਵਾਂ ਅੱਡ ਬਣਿਆ ਚਮਕੌਰ ਸਾਹਿਬ, ਸਾਡੇ ਵਿੱਚੋਂ ਨਿਕਲੇ ਹੋਏ ਪਿੰਡ ਨੇ। ਮੈਂ ਜਾ ਕੇ ਰੋਪੜ ਦੇ ਉਤਲੇ ਪਿੰਡਾਂ ਵੱਲ ਕਿਉਂ ਨਹੀਂ ਪੰਗਾ ਲੈ ਰਿਹਾ, ਚਮਕੌਰ ਸਾਹਿਬ ਦੇ ਉਤਲੇ ਪਿੰਡਾਂ ਵੱਲ ਕਿਉਂ ਨਹੀਂ ਪੰਗਾ ਲੈ ਰਿਹਾ? ਇਹ ਸਾਡੇ ਹਲਕੇ ਦਾ ਹਿੱਸਾ ਰਹੇ ਨੇ ਲੋਕ, ਅੱਜ ਤੱਕ ਸਾਡੇ ਨਾਲ ਮਿਲਦੇ ਨੇ, ਵਰਤਦੇ ਨੇ। ਘੜੂਏ ਦੇ ਲੋਕ ਅੱਜ ਵੀ ਸਾਡੇ ਸੁੱਖ ਦੇ ਦੁੱਖ ਦੇ ਆਉਂਦੇ ਜਾਂਦੇ ਨੇ, ਜਿੰਨੇ ਵੀ ਪਿੰਡ ਨੇ ਇਹ। ਇਸ ਕਰਕੇ ਮੈਂ ਉੱਥੇ ਕਰਨ ਦੀ ਕਰ ਰਿਹਾ, ਹੋਰ ਕੋਈ ਇਸ਼ੂ ਨਹੀਂ ਹੈਗਾ, ਸਿਰਫ ਕੰਗ ਕਰਕੇ, ਜਗਮੋਹਨ ਸਿੰਘ ਕੰਗ ਕਰਕੇ। ਕੀ ਪਟਿਆਲਾ ਪਰਿਵਾਰ ਜਿਹੜਾ ਹੈ ਬੀਜੇ ਟਿੰਕੂ ਜੀ ਦਾ ਸਮਰਥਨ ਕਰਿਆ ਤੇ ਉਹਨੂੰ ਵੋਟਾਂ ਵਗੈਰਾ ਵਾਲੇ ਜਿਹੜਾ ਪਵਾਉਣਗੇ ਸਮਰਥਨ ਕਰੇ? ਦੇਖੋ, ਇਹ ਆਉਣ ਵਾਲੇ ਸਮੇਂ 'ਚ ਜਿਵੇਂ ਵੀ ਹੋਊਗਾ, ਜੋ ਮੈਂ ਤੁਹਾਨੂੰ ਕੀ ਦੱਸਿਆ ਵੀ ਪਾਰਟੀ ਦਾ ਜੋ ਹੁਕਮ ਹੋਊਗਾ ਸਿਰ ਮੱਥੇ ਹੋਊਗਾ। ਉਹ ਤੁਹਾਨੂੰ ਦੁਬਾਰਾ ਫੇਰ ਅਸੀਂ ਇੱਕ ਵਾਰ ਪ੍ਰੈਸ ਕਾਨਫਰੰਸ ਰੱਖ ਕੇ ਤੇ ਬਕਾਇਦਾ ਪੂਰਾ ਦੱਸਾਂਗੇ ਵੀ ਕੀ ਕਰਨਾ, ਕਿੱਧਰ ਨੂੰ ਤੁਰਨਾ। ਅੱਜ ਦੀ ਆਪਾਂ ਇਸੇ ਤੇ ਫੋਕਸ ਰੱਖੀ। ਜਿਹੜੇ ਤੁਸੀਂ ਪਿੰਡ ਮੰਗੇ ਆ ਜੀ, ਜੇਕਰ ਉਹ ਪਿੰਡਾਂ ਵਿੱਚ ਕਾਂਗਰਸ ਹਾਰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਜਾਂ ਕਿਸੇ ਹੋਰ ਦੀ ਹੋਵੇਗੀ? ਬਾਈ ਜੀ, ਜ਼ਿੰਮੇਵਾਰੀ ਦੇਖੋ, ਵੈਸੇ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ, ਪਰ ਉਹਨਾਂ ਨੇ ਆਲਰੇਡੀ, ਜਿੰਨਾ ਮੈਨੂੰ ਪਤਾ ਲੱਗਿਆ, ਉੱਥੇ ਇੱਕ ਰੂਬੀ ਜੀ ਨੇ ਉਹ ਅਪਾਇੰਟ ਕੀਤੇ ਹੋਏ ਨੇ। ਘੜੂਆ ਵੀ ਆਲਰੇਡੀ ਦਫ਼ਤਰ ਖੁੱਲਿਆ ਹੋਇਆ। ਇਹ ਵੀ ਚੰਗਾ ਨਹੀਂ ਲੱਗਦਾ ਵੀ ਨਾਲ ਦੇ ਹਲਕੇ ਤੋਂ ਬੰਦਾ ਜਾ ਕੇ ਤੇ ਉੱਥੇ ਜ਼ਿਆਦਾ ਮੋਹਰੀ ਬਣੇ, ਕਿਉਂਕਿ ਉਹ ਉੱਥੇ ਰਹਿ ਰਹੇ ਨੇ। ਪਰ ਬਿਲਕੁਲ ਠੋਕ ਵਜਾ ਕੇ ਉਸ ਪਿੰਡਾਂ ਚੋਂ ਪੋਜ਼ਿਟਿਵ ਕਰਕੇ ਲਿਆਵਾਂਗੇ। ਵਿਜੇ ਸ਼ਰਮਾ ਜੀ ਤੋਂ ਬਾਅਦ ਨਾਲ ਮਿਲੇ ਆ ਜਾਂ ਤੁਹਾਡੀ ਹਾਲੇ ਕੋਈ ਨਾਰਾਜ਼ਗੀ ਹੈ? ਨਹੀਂ, ਅੱਜ ਵੀ ਉਹਨਾਂ ਨੇ ਆਉਣਾ ਸੀਗਾ ਤੇ ਕੁਦਰਤੀ ਮੇਰੇ ਕੋਲ ਗੁਜਰਾਤ ਤੋਂ ਮੇਰਾ ਘੋੜਿਆਂ ਦਾ ਬਿਜ਼ਨਸ ਹੈ, ਤੇ ਤੁਸੀਂ ਵਧੀਆ ਗੱਲ ਸ਼ੁਰੂ ਕੀਤੀ। ਕੰਗ ਸਾਹਿਬ ਨੂੰ ਤਾਂ ਸ਼ਾਇਦ ਪੰਜਾਬ 'ਚ ਹੀ ਲੋਕ ਜਾਣਦੇ ਹੋਣ, ਉਹ ਵੀ ਸ਼ਾਇਦ ਬਠਿੰਡਾ ਬਰਨਾਲਾ ਟੱਪ ਕੇ ਨਾ ਪਤਾ ਹੋਵੇ ਵੀ ਜਗਮੋਹਨ ਕੰਗ ਕੌਣ ਹੈ। ਤੇ ਰੱਬ ਦੀ ਇੰਨੀ ਬਖਸ਼ਿਸ਼ ਹੈ ਵੀ ਘੋੜਿਆਂ ਦੇ ਪ੍ਰਤੀ ਸਾਰੇ ਜਿੰਨੇ ਬਿਜ਼ਨਸਮੈਨ ਤੇ ਜਿੰਨੇ ਪੋਲੀਟੀਸ਼ੀਅਨਸ, ਇਹ ਚੰਗੇ ਘੋੜੇ ਰੱਖਣਾ ਅੱਜ ਦੀ ਡੇਟ 'ਚ ਕੋਈ ਛੋਟਾ ਕੰਮ, ਸੌਖਾ ਕੰਮ ਨਹੀਂ ਹੈ। ਉਰੋਂ ਲੈ ਕੇ ਗੁਜਰਾਤ, ਤਾਮਿਲਨਾਡੂ, ਚੇਨਈ ਤੱਕ ਜਿਹੜੇ ਮਰਜ਼ੀ ਸ਼ਹਿਰ 'ਚ ਜਾ ਕੇ ਖੜ ਜਾ, ਉੱਥੇ ਦੇ ਮੋਹਤਵਾਰ ਬੰਦੇ ਨਾਲ ਖੜੇ ਹੋਣਗੇ। ਇੰਨੀ ਪਰਮਾਤਮਾ ਨੇ ਬਖਸ਼ਿਸ਼ ਦਿੱਤੀ ਹੈ, ਜ਼ਰੀਆ ਬਣਦਾ ਹੁੰਦਾ ਕਿਸੇ ਵੀ ਪ੍ਰਤੀ। ਪਰ ਮੈਨੂੰ ਜਿਹੜਾ ਕੰਗ ਸਾਹਿਬ ਦੇ ਹੰਕਾਰੀ ਹੋਈਆਂ ਗੱਲਾਂ ਲੱਗੀਆਂ ਨਾ ਵੀ ਇਹ ਪੁੱਤ ਬਣਾਉਣਾ ਹੈ ਤੇ ਇਹ ਕਰਨਾ ਹੈ, ਦਿਸ ਐਂਡ ਦੈਟ, ਮੈਨੂੰ ਇਸ ਗੱਲ ਤੇ ਬੁਰਾ ਲੱਗਿਆ ਵੀ ਜਿੰਨੇ ਸਾਲ ਤੁਸੀਂ ਯਾਰ ਪਾਵਰ ਦਾ ਆਨੰਦ ਮਾਣਿਆ, ਸਾਰਾ ਕੁਝ ਕਰਕੇ, ਅੱਜ ਤੁਹਾਡੀ ਟਿਕਟ ਨਹੀਂ ਮਿਲੀ, ਤੁਸੀਂ ਖੁਸ਼ੀ ਸਾਥ ਦਿਓ, ਅਗਲੀ ਵਾਰ ਫੇਰ ਟਰਾਈ ਕਰੋ। ਏਦਾਂ ਹੀ ਆਪਾਂ ਕਹਿੰਦੇ ਹੁੰਦੇ ਨਾ ਵੀ ਪਾਰਟੀ ਮਾਂ ਹੁੰਦੀ ਆ, ਪਾਰਟੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਕਿ ਹੁਣ ਕਿਉਂ ਇੰਨਾ ਦੁੱਖ ਲੱਗਿਆ? ਜਾਂ ਇਸ ਗੱਲ ਨੂੰ ਮੰਨੋ ਵੀ ਅਸੀਂ ਅੱਜ ਤੱਕ ਵਧੀਕੀਆਂ ਕਰਦੇ ਆਏ ਆ, ਕਦੇ ਕਿਸੇ MC ਦੀ ਟਿਕਟ ਕੱਟਤੀ ਪੈਸਿਆਂ ਪਿੱਛੇ, ਕਦੇ ਕਿਸੇ ਦਾ ਕੁਝ ਕਰਤਾ। ਕੀ ਕੰਗ ਸਾਹਿਬ ਨੇ, ਮੈਂ ਹੁਣ ਪਿੱਛੇ ਜਾਣਾ ਨਹੀਂ ਚਾਹੁੰਦਾ, ਨਦੀਆਂ ਦੇ ਵਿੱਚ ਰੇਤਿਆਂ ਦਾ ਇਹਨਾਂ ਨੇ ਪੰਗਾ ਲਏ ਨਹੀਂ, ਇਹਨਾਂ ਨੇ ਕੀਤੇ ਨਹੀਂ, ਇਹਨਾਂ ਨੇ ਮਾੜੇ ਕੰਮ ਕੀਤੇ ਨਹੀਂ। ਸਾਰਾ ਹਲਕਾ ਜਾਣਦਾ, ਸਾਰਾ ਕੁਝ ਹਾਈ ਕਮਾਂਡ ਜਾਣਦੀ ਹੈ। ਜਿੰਨੀ ਅਸੀਂ ਰਵਨੀਤ ਬਿੱਟੂ ਦਾ ਸਾਥ ਦਿੱਤਾ, ਕੱਲੇ ਖਰੜ ਹਲਕੇ ਚੋਂ ਉਹਨਾਂ ਨੂੰ 53,000 ਵੋਟ ਦੀ ਲੀਡ ਨਾਲ ਵਿਜੇ ਕਰਕੇ ਭੇਜਿਆ, ਬਾਕੀ ਓਵਰਆਲ ਉਹ 35,000 ਨਾਲ ਹਾਰੇ, ਰਾਈਟ। ਉਦੋਂ ਬਾਅਦ ਚ ਕਿਸੇ ਕਾਰਨ ਵੀ ਕੀ ਸੀ, ਮੈਂ ਤੁਹਾਨੂੰ ਦੱਸ ਦਿੰਦਾ ਵੀ ਮਾਮਾ ਜੀ ਉਹਨਾਂ ਤੇ ਮਰਡਰ ਦਾ ਕੇਸ ਸੀ। ਉਸ ਕੇਸ ਦੇ ਚੱਲਦੇ ਉਹਨਾਂ ਨੂੰ ਆਪਦੀ ਮੌਤ ਸਾਹਮਣੇ ਦਿੰਦੀ ਸੀ ਵੀ ਸਾਲ 2 ਸਾਲ ਦਾ ਮੈਂ ਮਹਿਮਾਨ ਹੈ। ਉਹਨਾਂ ਦੇ ਉਸ ਬੰਦੇ ਦੇ ਢਿੱਡ 'ਚ ਇੱਕੋ ਗੱਲ ਸੀ ਵੀ ਮੇਰੇ ਜਾਣ ਤੋਂ ਬਾਅਦ ਜਿਹੜੇ ਮੇਰੇ ਕੇਸ ਬਾਰ ਨੇ, ਜਿਹੜੇ ਲੋਕਾਂ ਦਾ ਨਾਲ ਨਜਾਇਜ਼ ਨਾਮ ਆਇਆ ਸੀ, ਵੀ ਉਹ ਬੰਦਿਆਂ ਨੂੰ ਸਜ਼ਾ ਨਾ ਹੋਵੇ, ਉਹ ਭੋਗੀ ਨਾ ਬਣ ਜਾਣ। ਉਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਪਿੱਛੋਂ ਕੀ ਹੋਣਾ ਕੀ ਨਹੀਂ। ਉਹਨਾਂ ਨੇ ਅਕਾਲੀ ਦਲ ਇਸ ਗੱਲ ਕਰਕੇ ਜੁਆਇਨ ਕੀਤਾ ਵੀ ਸਾਡੇ ਬਾਕੀ ਦੇ ਬੰਦਿਆਂ ਤੇ ਕੋਈ ਪੋਲੀਟੀਕਲ ਗਰਜ ਨਾ ਡਿਗੇ, ਠੀਕ ਹੈ। ਨਹੀਂ ਤਾਂ ਮੈਨੂੰ ਪਤਾ ਵੀ ਜਿਹੜੀ ਗੱਲ ਤੇ ਉਹ ਖੜੇ ਸੀ ਹਮੇਸ਼ਾ, ਚਲੋ ਉਹਨਾਂ ਨੇ ਜੁਆਇਨ ਕੀਤਾ ਤੇ ਉਦੋਂ ਕੰਗ ਸਾਹਿਬ ਕਹਿੰਦੇ ਸੀ ਰਾਜਵੀਰ ਪਟਿਆਲੇ ਦਾ ਕੋਈ ਵਜੂਦ ਨਹੀਂ। ਤੇ ਫਿਰ ਉਦੋਂ ਅੰਬਿਕਾ ਸੋਨੀ ਮੈਡਮ ਨੂੰ ਇਹਨਾਂ ਨੇ ਮਿਸਗਾਈਡ ਕੀਤਾ, ਸਾਰੇ ਗਲਤ ਉਹਨਾਂ ਨੇ ਪਿਕਚਰ ਦਿਖਾਈ, ਕੋਈ ਗੱਲ ਨਹੀਂ ਦਿਖਾਤੀ। ਫਿਰ ਉਦੋਂ ਚੰਦੂ ਮਾਜਰਾ ਸਾਹਿਬ 33,000 ਨਾਲ ਜਿੱਤੇ। 53,000 ਵੋਟ ਬਿੱਟੂ ਦੀ ਕਵਰ ਕਰਕੇ 33,000 ਵੋਟ ਦੀ ਲੀਡ ਲੈਣੀ ਪਹਿਲੀ ਵਾਰ। ਮੈਂ ਮੰਨ ਸਕਦਾ ਵੀ 53,000 ਵੇਲੇ ਕੋਈ ਹੋਰ ਸ਼ਕਤੀ ਹੋ ਸਕਦੀ ਹੈ ਜਿਹਨੇ ਉਹਨਾਂ ਨੂੰ ਜਿਤਾਇਆ, ਕੋਈ ਹੋਰ ਲੋਕ ਹੋ ਸਕਦੇ ਨੇ। ਪਰ ਜੇ ਇੱਕ ਬੰਦਾ 16 ਤਰੀਕ ਨੂੰ ਅਕਾਲੀ ਦਲ ਜੁਆਇਨ ਕਰ ਰਿਹਾ ਤੇ 17 ਨੂੰ ਬਿੱਟੂ ਜੀ ਜਾ ਕੇ ਟਿਕਟ ਮੋੜੇ ਆਉਂਦੇ ਨੇ ਦਿੱਲੀ, ਤੇ ਉਦੋਂ ਬਾਅਦ ਰਿਜ਼ਲਟਸ ਆਪਣੇ ਸਾਰਿਆਂ ਦੇ ਸਾਹਮਣੇ ਨੇ, ਫਿਰ ਤੁਸੀਂ ਉਹਨੂੰ ਕੀ ਕਹੋਗੇ? ਮੈਂ ਤਾਂ ਅੰਕੜਿਆਂ ਦੇ ਵਿੱਚ ਗੱਲ ਕਰ ਰਿਹਾ। ਤਾਂ ਬਾਈ ਜੀ ਏਦਾਂ ਕੁਛ ਨਹੀਂ, ਲੋਕਾਂ ਦਾ ਬਹੁਤ ਪਿਆਰ ਤੇ ਸਾਥ ਹੈ, ਸਦਾ ਸੱਚੇ ਦਿਲ ਨਾਲ ਸੇਵਾ ਕੀਤੀ ਹੈ ਔਰ ਕਰਦੇ ਰਹਾਂਗੇ। ਨਾ ਕੋਈ ਅੱਜ ਤੱਕ ਕਰਪਸ਼ਨ ਦਾ ਚਾਰਜ ਹੈ, ਨਾ ਕੋਈ ਲਾ ਸਕੂਗਾ। ਇੰਨਾ ਸਾਫ਼ ਹੋ ਕੇ ਇਸ ਗੱਲ ਚੋਂ ਵਿਚਰੇ ਆ ਤੇ ਵਿਚਰਾਂਗੇ।